ਵਾਹਿਗੁਰੂ जी का खालसा श्री वाहिगुरू जी की फतेह। अनोखे अमर शहीद धन धन बाबा दीप सिंह जी का जन्म दिहाड़ा देश और दुनिया भर के शरधा भावना ते उत्साह नाल मनाया जा रहा है। अज असी आए हैं गुरुद्वारा पौविंड साहब जिथे कि बाबा जी का जन्म स्थान है। आओ तुहानूं दर्शन कराने हाँ कि की है इस स्थान की महानता जिथे कि बाबा जी का जन्म होया सी। असी इस वक्त गुरुद्वारा पौविंड साहब खड़े हाँ जिहड़ा कि जन्म स्थान बाबा दीप सिंह का मनिया है और इस जगह के उत्ते बाबा दीप सिंह जी ने इस पिंड दे विच जन्म लिता सी और उस तो बाद इस गुरुद्वारा साहब की जिहड़ी मानता है देश और दुनिया भर दे विच है ते संगत जिहड़ी है दूर दराजे तो इत्थे जिहड़ी है नतमस्तक होने वास्ते पुजदी है। आओ चलते हाँ रूहानीयत के केंद्र बाबा दीप सिंह के जन्म स्थान ते कि की है गुरु साहब का इतिहास। ਸਾਡੇ ਨਾਲ ਇਸ ਵੇਲੇ ਕਥਾਵਾਚਕ ਗੁਰਸੇਵਕ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅਸੀਂ ਉਹਨਾਂ ਕੋਲ ਜਾਣਕਾਰੀ ਲਾਂਗੇ। ਸਭ ਤੋਂ ਪਹਿਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸੇਵਕ ਸਿੰਘ ਜੀ ਜਿਸ ਤਰੀਕਾ ਬਾਬਾ ਦੀਪ ਸਿੰਘ ਦੇ ਸਥਾਨ ਮੰਨੇ ਜਾਂਦੇ ਨੇ ਬਾਬਾ ਸ਼ਹੀਦਾ ਸਾਹਿਬ ਗੁਰਦੁਆਰਾ ਹੈ ਤੇ ਦੂਸਰਾ ਪੌਵਿੰਡ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ, ਇਹਦੀ ਕੀ ਮਾਨਤਾ ਹੈ? ਜਿਹੜਾ ਪੌਵਿੰਡ ਸਾਹਿਬ ਗੁਰਦੁਆਰਾ ਹੈ ਜੀ इस जगह के उपर धन धन बाबा दीप सिंह जी का जन्म 14 माघ सन 1682 ईस्वी नूं उन्हां दे सन्मानयोग पिता भाई भगता जी के घर में माता जिउणी जी की कुख तो होए। धन धन बाबा दीप सिंह जी ने इस जगह ते रह के उन्हां दा परिवार पहला लंबे समय तो गुरसिੱਖੀ नाल जुड़िया होया सी। इस करके अपने माता पिता तो उन्होंने बहुत सारी गुरसिੱਖੀ की जिहड़ी सिक्ख्या कि वो अपने माता पिता जी तो प्राप्त की। फिर इतिहास ये गल कहता कि लगभग 5 ਜਾਂ 6 सालों की उम्र के बाबा दीप सिंह साहब जी श्री गुरु गोबिंद सिंह सच्चे पातशाह जी के दर्शन दीदारे करने वास्ते श्री आनंदपुर साहब जी की धरती पर गए तो गुरु गोबिंद सिंह सच्चे पातशाह जी तो खंडे बाटे का उन्होंने अमृत छकिया। खंडे बाटे का अमृत छकन तो बाद उत्थे रह के बाबा दीप सिंह जी ने शस्त्र ते शास्त्र विद्या की प्राप्ति की। गुरु गोबिंद सिंह महाराज साहब जी दीयां बहुत ज़्यादा उन्होंने सेवावां कीतियां ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਨਗਰੇ ਸੇ ਪੌਵਿੰਡ ਵਿੱਚ ਆਏ। ਕਈ ਵਾਰੀ ਇੱਥੇ ਰਹਿ ਕੇ ਉਹਨਾਂ ਨੇ ਨਾਮ ਬਾਣੀ ਦਾ ਪ੍ਰਚਾਰ ਕੀਤਾ, ਦੁਨੀਆ ਦੇ ਲੋਕਾਂ ਨੂੰ ਗੁਰਸਿੱਖੀ ਬਾਰੇ ਦੱਸਿਆ ਤੇ ਗੁਰੂ ਘਰ ਨਾਲ ਜੋੜਿਆ। ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆਇਆ ਬੇਅੰਤ ਸੰਗਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਨਗਰ ਪੌਵਿੰਡ ਸਾਹਿਬ ਵਿਖੇ ਹਾਜ਼ਰੀ ਭਰਨ ਵਾਸਤੇ ਪਹੁੰਚਦੀਆਂ ਨੇ ਤੇ ਪਹੁੰਚ ਰਹੀਆਂ ਹਨ। ਸੰਗਤਾਂ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ। ਬਾਲ ਅਵਸਥਾ ਦੀ ਗੱਲ ਕਰੀਏ ਤੇ ਬਾਬਾ ਜੀ ਦਾ ਕਿੰਨਾ ਸਮਾਂ ਇਸ ਪਿੰਡ ਦੇ ਵਿੱਚ ਗੁਜ਼ਰਿਆ? ਪਹਿਲਾਂ ਉਹਨਾਂ ਦਾ ਸਮਾਂ ਜਿਹੜਾ ਲਗਭਗ 5 ਜਾਂ 6 ਸਾਲ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਇਸ ਨਗਰ ਦੇ ਵਿੱਚ ਬਤੀਤ ਕੀਤਾ ਹੈ ਬਾਲ ਅਵਸਥਾ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਤੀਤ ਕੀਤਾ ਹੈ। ਉਸ ਤੋਂ ਬਾਅਦ ਜਿਸ ਵੇਲੇ ਆਨੰਦਪੁਰ ਸਾਹਿਬ ਨੂੰ ਘੇਰੇ ਪਏ ਨੇ ਉਸ ਘੇਰੇ ਤੋਂ ਪਹਿਲਾਂ ਫਿਰ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਵਿੱਚ ਹੀ ਆ ਗਏ ਸਨ ਤੇ ਲਗਭਗ 4-5 ਸਾਲ ਫਿਰ ਉਹ ਇਸ ਨਗਰ ਦੇ ਵਿੱਚ ਰਹੇ। ਬਾਲ ਅਵਸਥਾ ਦੇ ਵਿੱਚ 5-6 ਸਾਲ ਉਹਨਾਂ ਨੇ ਇਸ ਪਿੰਡ ਵਿੱਚ ਬਤੀਤ ਕੀਤੇ ਆ ਜੀ। ਤੇ ਅਗਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਬਾਲ ਅਵਸਥਾ ਦੀ ਗੱਲ ਕੀਤੀ ਜਾਂਦੀ ਹੈ ਕਿ ਸ਼ਸਤਰ ਦਾ ਜਿਹੜਾ ਗਿਆਨ ਸੀ ਉਹ ਬੜਾ ਬਲਵਾਨ ਮੰਨਿਆ ਜਾਂਦਾ ਹੈ ਉਹਨਾਂ ਦਾ, ਤੇ ਉਸ ਸਮੇਂ ਦੇ ਵਿੱਚ ਹੀ ਕਿਆ ਉਹਨਾਂ ਨੇ ਇਸ ਤੋਂ ਹੀ ਸ਼ਸਤਰ ਦੇ ਮੇਨ ਗਿਆਨ ਹਾਸਲ ਕੀਤਾ? ਹਾਂਜੀ, ਥੋੜਾ ਬਹੁਤਾ ਗਿਆਨ ਉਹਨਾਂ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਦਾ ਆਪਣੇ ਪਰਿਵਾਰ ਚੋਂ ਲਿਆਏ, ਪਰ ਜਿਹੜੀ ਬਹੁਤ ਵੱਡੀ ਮੁਹਾਰਤ ਹਾਸਲ ਕੀਤੀ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਪ੍ਰਾਪਤ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਉਹਨਾਂ ਸ਼ਸਤਰ ਵਿਦਿਆ, ਘੋੜ ਸਵਾਰੀ, ਗੁਰਬਾਣੀ ਦੀ ਸੰਥਿਆ ਇਤਿਆਦਿਕ ਸਾਰੀਆਂ ਸਿੱਖਿਆਵਾਂ ਆਨੰਦਪੁਰ ਸਾਹਿਬ ਪ੍ਰਾਪਤ ਕੀਤੀਆਂ ਜੀ। ਤੇ ਅੱਜ ਜਿਹੜਾ ਸੰਗਤ ਕਿੰਨੀ ਸੰਗਤ ਜਿਹੜੀ ਇੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਦੀ ਹੈ ਜੀ, ਕਿਉਂਕਿ ਜਨਮ ਦਿਹਾੜਾ ਹੈ ਔਰ ਖਾਸ ਕਰਕੇ ਪੌਵਿੰਡ ਸਾਹਿਬ ਜਿਹੜਾ ਕਿ ਉਹਨਾਂ ਦਾ ਜਨਮ ਸਥਾਨ ਹੈ, ਕਿੰਨੀ ਸੰਗਤ ਇੱਥੇ ਪੁੱਜਦੀ ਹੈ ਜੀ? ਜੋ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਪੌਵਿੰਡ ਹੈ ਉਹਨਾਂ ਦੇ ਜਨਮ ਦਿਹਾੜੇ ਨੂੰ ਸੰਬੰਧਿਤ ਕਈ ਦਿਨਾਂ ਤੋਂ ਸੰਗਤ ਆ ਰਹੀ ਆ, ਲੇਕਿਨ ਜਿਸ ਦਿਨ ਮੇਨ ਜਨਮ ਦਿਹਾੜਾ ਹੈ ਉਸ ਦਿਨ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰਨੀ ਆ। ਹਰ ਸਾਲ ਹੀ ਭਰਦੇ ਨੇ, ਇਸ ਸਾਲ ਵੀ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਆ ਰਹੀ ਆ। ਉਸ ਦਿਨ ਤੋਂ ਬਾਅਦ ਵੀ ਲਗਾਤਾਰ ਕਈ ਦਿਨ ਸੰਗਤ ਨੇ ਆਈ ਜਾਣਾ ਹੈ। ਲੱਖਾਂ ਦੀ ਤਾਦਾਦ ਵਿੱਚ ਸੰਗਤ ਇੱਥੇ ਹਾਜ਼ਰੀ ਆ ਕੇ ਭਰਦੀ ਹੈ ਜੀ। ਕੀ ਮਾਨਤਾ ਕੀ ਮੰਨੀ ਜਾਂਦੀ ਗੁਰਦੁਆਰਾ ਸਾਹਿਬ ਦੀ?
ਸੰਗਤਾਂ ਦੀ ਇਹ ਆਸਥਾ ਕਿ ਇੱਥੇ ਆ ਕੇ ਜਿਸ ਪ੍ਰਕਾਰ ਵੀ ਕੋਈ ਆਪਣੀ ਤਨ ਜਾਂ ਮਨ ਦੀ ਭਾਵਨਾ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਉਹਨਾਂ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਇਸ ਪ੍ਰਕਾਰ ਸੰਗਤ ਜਿਹੜੀ ਹੈ ਉਹ ਆ ਕੇ ਗੁਰੂ ਘਰ ਦੇ ਵਿੱਚ ਦਰਸ਼ਨ ਦੀਦਾਰ ਕਰਦੀ ਆ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੀਆਂ ਮਨੋ ਭਾਵਨਾਵਾਂ ਪੂਰੀਆਂ ਕਰਦੀ ਆ ਜੀ। ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਗੁਰਦੁਆਰਾ ਸਾਹਿਬ ਜਿਹੜਾ ਪੌਵਿੰਡ ਸਾਹਿਬ ਵਿਖੇ ਸੁਸ਼ੋਭਿਤ ਹੈ ਤੇ ਇਹਦੇ ਨਾਲ ਇੱਕ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਵੀ ਬਣਾਇਆ ਗਿਆ ਜੀ ਇੱਥੇ ਅਸੀਂ, ਕਿਉਂਕਿ ਸੰਗਤ ਨੂੰ ਦਿਖਾਣਾ ਚਾਹੁੰਦੇ ਹਾਂ ਗੁਰਦੁਆਰਾ ਸਾਹਿਬ, ਕਿਉਂਕਿ ਅਕਸਰ ਲੋਕ ਸ਼ਹੀਦਾਂ ਸਾਹਿਬ ਵੀ ਬਹੁਤ ਜਾਂਦੇ ਨੇ ਲੇਕਿਨ ਇਸ ਗੁਰੂ ਘਰ ਬਾਰੇ ਕੁਝ ਜਾਣਕਾਰੀ ਲੋਕਾਂ ਨੂੰ ਘੱਟ ਹੈ। ਇੱਥੇ ਕੀ ਕੁਝ ਬਣਾਇਆ ਗਿਆ ਜੀ? ਹਾਂਜੀ, ਜਿਵੇਂ ਆਪਾਂ ਸਾਹਮਣੇ ਦੇਖਦੇ ਪਏ ਹਾਂ ਜੀ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਸਰੋਵਰ ਵੀ ਬਣਾਇਆ ਗਿਆ ਹੈ। ਹਰ ਐਤਵਾਰ ਵੀ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਆ ਕੇ ਗੁਰੂ ਘਰ ਦੇ ਵਿੱਚ ਦਰਸ਼ਨ ਦਿਦਾਰੇ ਕਰਦੀ ਤੇ ਸਰੋਵਰ ਵਿੱਚ ਇਸ਼ਨਾਨ ਕਰਦੀ ਆ। ਹੁਣ ਅਸੀਂ ਉੱਧਰ ਜਾਵਾਂਗੇ, ਅੱਗੇ ਲੰਗਰ ਹਾਲ ਵੀ ਬਣਾਇਆ ਗਿਆ ਹੈ, ਸਰਾਵਾਂ ਬਣਾਈਆਂ ਗਈਆਂ ਨੇ, ਦੀਵਾਨ ਹਾਲ ਬਣਾਏ ਗਏ ਨੇ, ਕਾਰ ਪਾਰਕਿੰਗ ਬਣਾਈ ਗਈ ਆ ਔਰ ਹੋਰ ਵੀ ਸੰਗਤ ਦੀ ਸਹੂਲਤ ਵਾਸਤੇ ਬਹੁਤ ਕੁਝ ਬਣਾਇਆ ਗਿਆ ਹੈ। ਸਰੋਵਰ ਦੇ ਵੀ ਆਪਾਂ ਦਰਸ਼ਨ ਕਰਦੇ ਹਾਂ, ਬਹੁਤ ਵੱਡੀ ਤਾਦਾਦ ਵਿੱਚ ਸੰਗਤ ਦਰਸ਼ਨ ਸਰੋਵਰ ਹੈ, ਪਾਵਨ ਪਵਿੱਤਰ ਸਰੋਵਰ ਹੈ ਜਿੱਥੇ ਕਿ ਸੰਗਤ ਜਿਹੜੀ ਹੈ ਨਤਮਸਤਕ ਹੋਣ ਵਾਸਤੇ ਪੁੱਜਦੀ ਹੈ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਰੋਵਰ ਪਵਿੱਤਰ ਸਰੋਵਰ ਕਿ ਇਹ ਉਹਨਾਂ ਦੇ ਬਾਲ ਅਵਸਥਾ ਤੋਂ ਬਾਅਦ ਗੁਰਦੁਆਰਾ ਸਾਹਿਬ ਜਦੋਂ ਬਣਿਆ ਉਸ ਤੋਂ ਬਾਅਦ ਹੀ ਇਹ ਸਰੋਵਰ ਬਣਾਇਆ ਗਿਆ ਸੀ। ਹਾਂਜੀ ਹਾਂਜੀ, ਇਹ ਸਰੋਵਰ ਜਿਹੜਾ ਹੈ ਇਹ ਲਗਭਗ 1947 ਦੇਸ਼ ਦੀ ਵੰਡ ਤੋਂ ਬਾਅਦ ਵਿੱਚ ਬਣਾਇਆ ਗਿਆ ਜੀ। ਹਾਂਜੀ, ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਗੁਰਦੁਆਰਾ ਪੌਵਿੰਡ ਸਾਹਿਬ ਵਿਖੇ ਮੌਜੂਦ ਹਾਂ ਕਿ ਜਿਹੜਾ ਕਿ ਬਾਬਾ ਜੀ ਦਾ ਜਨਮ ਸਥਾਨ ਹੈ ਅਤੇ ਉੱਥੇ ਜਿਹੜੀਆਂ ਰੌਣਕਾਂ ਜਿਹੜੀਆਂ ਨੇ ਬਹੁਤ ਲੱਗਦੀਆਂ ਨੇ ਤੇ ਸੰਗਤ ਦਾ ਇਕੱਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਪੁੱਜਦਾ ਹੈ ਅਤੇ ਸੰਗਤ ਜਿਹੜੀ ਹੈ ਜਿੱਥੇ ਇਸ਼ਨਾਨ ਕਰਦੀ ਹੈ, ਕੀਰਤਨ ਸਰਵਣ ਕਰਦੀ ਹੈ ਤੇ ਇਹਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਅਸੀਂ ਗੁਰਦੁਆਰਾ ਸਾਹਿਬ 'ਚ ਫੇਰ ਜਾਵਾਂਗੇ ਅਸੀਂ ਤੁਹਾਨੂੰ, ਕਿਉਂਕਿ ਗੁਰਦੁਆਰਾ ਸਾਹਿਬ ਬਾਰੇ ਦੱਸ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਦੂਰ ਦਰਾਜੇ ਤੋਂ ਸੰਗਤ ਜਿਹੜੀ ਇੱਥੇ ਨਤਮਸਤਕ ਹੋਣ ਵਾਸਤੇ ਪੁੱਜਦੀ ਹੈ ਅਤੇ ਜਿਹੜਾ ਕੀਰਤਨ ਸਰਵਣ ਕੀਤਾ ਜਾਂਦਾ ਹੈ। ਅਗਰ ਬਾਬਾ ਜੀ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਜੀ ਦਾ ਜਿਹੜਾ ਸੰਸਕਾਰ ਹੈ ਸ਼ਹੀਦਾਂ ਸਾਹਿਬ ਗੁਰਦੁਆਰੇ ਵਿਖੇ ਹੋਇਆ ਸੀ, ਪਰ ਇੱਥੇ ਕਿਆ ਉਸ ਤੋਂ ਬਾਅਦ ਜਦੋਂ ਅਸਤਰ ਸ਼ਸਤਰ ਜਦੋਂ ਲੜਦੇ ਆਏ ਸੀ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਆਏ ਸੀ? ਇਹਦੀ ਸ਼ਹੀਦੀ ਤੋਂ ਬਾਅਦ ਸ਼ਹੀਦੀ ਤੋਂ ਪਹਿਲਾਂ ਜਦੋਂ ਮੁਗਲਾਂ ਦੇ ਖਿਲਾਫ ਉਹਨਾਂ ਨੇ ਲੜਾਈ ਕੀਤੀ ਉਸ ਵੇਲੇ ਵੀ ਇੱਥੇ ਆਏ। ਜਦੋਂ ਦਮਦਮਾ ਸਾਹਿਬ ਤੋਂ ਤੁਰੇ ਉਸ ਤੋਂ ਜਦੋਂ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੁਨੇਹੇ ਨੂੰ ਬੇਨਤੀ ਨੂੰ ਹੁਕਮ ਨੂੰ ਮੰਨ ਕੇ ਬਾਬਾ ਦੀਪ ਸਿੰਘ ਜੀ ਇੱਕ ਵਾਰੀ ਦਮਦਮਾ ਸਾਹਿਬ ਚਲੇ ਗਏ, ਉਸ ਤੋਂ ਬਾਅਦ ਉਹ ਫਿਰ ਪੌਵਿੰਡ ਦੀ ਧਰਤੀ ਤੇ ਨਹੀਂ ਆਏ। ਉੱਥੇ ਹੀ ਉਹਨਾਂ ਨੇ ਸਰਹੰਦ ਫਤਿਹ 'ਚ ਵੀ ਹਿੱਸਾ ਲਿਆ ਵਾ, ਹੋਰ ਵੀ ਬਹੁਤ ਸਾਰੀਆਂ ਮੁਹਿੰਮਾਂ 'ਚ ਹਿੱਸਾ ਲਿਆ। ਉੱਥੋਂ ਹੀ ਚੱਲ ਕੇ ਫਿਰ ਉਹਨਾਂ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਲਿਆ ਜੀ। ਕੀ ਸੰਦੇਸ਼ ਦੇਣਾ ਚਾਹੋਗੇ ਜੀ, ਕਿਉਂਕਿ ਇੱਕ ਬਹੁਤ ਪਾਵਨ ਪਵਿੱਤਰ ਸਥਾਨ ਹੈ, ਕੀ ਕਹੋਗੇ ਸੰਗਤ ਨੂੰ, ਕੀ ਸੁਨੇਹਾ ਦੇਣਾ ਚਾਹੋਗੇ? ਸੰਗਤ ਨੂੰ ਇਹ ਸੁਨੇਹਾ ਦੇਣੇ ਚਾਹੁੰਦੇ ਹਾਂ ਜੀ ਕਿ ਆਓ ਆਪਾਂ ਸਾਰੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹ ਵਿਦਵਾਨ ਕਹਿੰਦਾ ਜਿਨ ਕੇ ਪੁਰਬ ਮਨਾਤੇ ਹੋ ਉਨਕੀ ਬਾਤ ਵੀ ਤੋਂ ਮਾਨੋ, ਉਹਨਾਂ ਦੀ ਗੱਲ ਮੰਨੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਇਨਸਾਨੀਅਤ ਦਾ ਸੁਨੇਹਾ ਸੰਸਾਰ ਵਿੱਚ ਪਹੁੰਚਾਈਏ, ਸਰਬ ਸਾਂਝੀਵਾਲਤਾ ਦੇ ਨਾਲ ਰਹੀਏ ਤੇ ਗੁਰੂ ਘਰ ਦੇ ਚਰਨਾਂ ਨਾਲ ਜੁੜੀਏ ਤਾਂ ਜੋ ਸਾਡਾ ਸਾਰਿਆਂ ਦਾ ਸਫਲ ਹੋ ਜਾਵੇ। ਇਹ ਸੁਨੇਹਾ ਅਸੀਂ ਸੰਗਤ ਨੂੰ ਦੇਣਾ ਚਾਹੁੰਦੇ ਹਾਂ ਜੀ। ਗੁਰਦੁਆਰਾ ਸਾਹਿਬ ਦੀ ਇਮਾਰਤ ਬਾਰੇ ਵੀ ਦਿਖਾ ਰਹੇ ਹਾਂ ਕਿ ਜਿੱਥੇ ਨਿਸ਼ਾਨ ਸਾਹਿਬ ਜਿਹੜਾ ਲੱਗਾ ਹੈ ਤੇ ਨਾਲ ਕਈ ਤਰ੍ਹਾਂ ਦੇ ਆਯੋਜਨ ਕਰਨ ਵਾਸਤੇ, ਕਿਉਂਕਿ ਅੰਮ੍ਰਿਤ ਸੰਚਾਰ ਵੀ ਇਸ ਜਗ੍ਹਾ ਤੇ ਕੀਤਾ ਜਾਂਦਾ ਹੈ ਅਤੇ ਨਾਲ ਸੰਗਤ ਜਿਹੜੀ ਹੈ ਉਹਦੇ ਵਾਸਤੇ ਵਿਸ਼ੇਸ਼ ਪ੍ਰਬੰਧ ਵੀ ਇਸ ਜਗ੍ਹਾ ਤੇ ਉਡੀਕੇ ਜਾਂਦੇ ਆ ਤੇ ਅੱਜ ਨੂੰ ਗੁਰਦੁਆਰਾ ਸਾਹਿਬ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਤੇ ਸੰਗਤ ਜਿਹੜੀ ਹੈ ਦਰਸ਼ਨ ਦੀਦਾਰੇ ਕਰਨ ਵਾਸਤੇ ਇੱਥੇ ਪੁੱਜਦੀ ਹੈ। ਅਸੀਂ ਇਸ ਵਕਤ ਗੁਰਦੁਆਰਾ ਸਾਹਿਬ ਵਿਖੇ ਹਾਂ, ਅਸੀਂ ਕੁਝ ਸੰਗਤ ਨਾਲ ਵੀ ਗੱਲ ਕਰਾਂਗੇ ਜਿਹੜੀ ਕਿ ਇੱਥੇ ਨਤਮਸਤਕ ਹੋਣ ਵਾਸਤੇ ਆਈ ਹੈ ਅਤੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਗੁਰਦੁਆਰਾ ਸਾਹਿਬ। ਅੱਜ ਅਸੀਂ ਤੁਹਾਨੂੰ ਦਰਸ਼ਨ ਦੀਦਾਰੇ ਕਰਾਏ ਨੇ ਉਸ ਸਥਾਨ ਦੇ ਉੱਤੇ, ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਪੌਵਿੰਡ ਸਾਹਿਬ ਦੇ, ਜਿੱਥੇ ਕਿ ਬਾਬਾ ਜੀ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਬਾਬਾ ਜੀ ਦੀ ਅੱਜ ਜਿਹੜੀ ਰੂਹ ਹੈ, ਅੱਜ ਜਿਹੜੇ ਲੋਕ ਨੇ ਸੰਗਤ ਜਿਹੜੀ ਹੈ ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਦੀ ਹੈ ਤੇ ਅਸੀਂ ਪੂਰੀ ਕੌਮ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦੇ ਹਾਂ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।